ਜਿਹੜੀ ਰਣਵੀਰ ਖੱਟੜਾ ਦੀ ਸਿੱਟ ਆ ਉਹਦੇ ਵੱਲੋਂ ਉਹਨਾਂ ਦੇ ਵੱਲੋਂ ਜਿਹੜਾ ਨਾਮਜ਼ਦ ਕੀਤਾ ਗਿਆ ਡੇਰਾ ਮੁਖੀ ਨੂੰ, ਪਰ ਜਾਂਚ ਨਹੀਂ ਹੋਣ ਤੋਂ ਪੁੱਛਗਿੱਛ ਨਹੀਂ ਹੋਈ। ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕਦੇ ਆ। ਇਹਨਾਂ ਕੋਲੇ ਤਾਕਤ ਹੈ, ਇਹਨਾਂ ਕੋਲੇ ਸੂਝ-ਬੂਝ ਹੈ। ਮਸਲਾ ਇਹ ਹੈ ਕਿ ਇੱਕ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਕੋਈ ਦਬਾਅ ਨਾ ਬਣਾਉਣ। ਸਮਾਂ ਹੁਣ 3.5 ਸਾਲ ਬੀਤ ਗਏ ਕੈਪਟਨ ਦੀ ਸਰਕਾਰ ਨੂੰ। ਇੰਨਾ ਸਮਾਂ ਲਾਤਾ ਸਿੱਖ ਜਿਹੜੇ ਕੌਮ ਆ ਇਨਸਾਫ ਵੱਲ ਡੀਕਦੀ ਆ, ਕਿਤੇ ਮੈਨੂੰ ਲੱਗਦਾ ਸਰਕਾਰ ਚੋਣਾਂ ਤੋਂ ਐਨ ਪਹਿਲਾਂ ਆ ਕੇ ਨਾ ਇਨਸਾਫ ਦੇਵੇ ਸਿੱਖਾਂ ਨੂੰ। ਬੱਚੇ ਦੀ ਜ਼ਬਾਨ ਤੇ ਹੈ ਕਿ ਬੇਅਦਬੀ ਘਟਨਾਕ੍ਰਮ ਦੇ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਨੇ, ਬਾਈਬਲ ਕਲਾਂ ਕੋਟਕਪੂਰਾ ਗੋਲੀकांड ਦੇ ਮਾਸਟਰਮਾਈਂਡ ਸੁਮੇਧ ਸੈਣੀ ਤੇ ਸੁਖਬੀਰ ਬਾਦਲ ਨੇ। ਜੇ ਇਹ ਚਾਹੁਣ ਸਿੱਟਾਂ ਨੂੰ ਛੂਟ ਦੇਣ ਕਿ ਇਮਾਨਦਾਰੀ ਨਾਲ ਕੰਮ ਕਰੋ, ਇਹ ਤਾਂ ਚੰਦ ਦਿਨਾਂ ਦੀ ਖੇਡ ਹੈ, ਸਾਰਾ ਮਸਲਾ ਜਿਹੜਾ ਹੱਲ ਹੋ ਸਕਦਾ। ਗੁਰਬਾਣੀ ਪੜ੍ਹਦਿਆਂ ਦੇ ਉੱਤੇ ਬਿਨਾਂ ਕਿਸੇ ਵਾਰਨਿੰਗ ਤੋਂ ਪ੍ਰਸ਼ਾਸਨ ਨੇ ਡਾਂਗਾਂ ਭਰਾਈਆਂ, ਸੀਵਰੇਜ ਦਾ ਗੰਦਾ ਪਾਣੀ ਵੀ ਸੁੱਟਿਆ। ਸਾਨੂੰ ਮੀਡੀਆ ਤੋਂ ਇਹ ਪਤਾ ਲੱਗ ਰਿਹਾ ਕਿ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਲਿਖੀਆਂ ਗਈਆਂ ਕਿ ਇਹ ਬੰਦੇ ਭੜਕਾਊ ਪ੍ਰਚਾਰ ਕਰ ਰਹੇ ਸੀ। ਬਹੁਤ ਵੱਡੇ ਪੱਧਰ ਤੇ ਜਿਹੜਾ ਸੰਗਤ ਦਾ ਗੁੱਸਾ ਸੀ ਹੋਰ ਦੁੱਗਣਾ ਹੋ ਗਿਆ ਸੀ। ਇਹ ਸਾਰੇ ਘਟਨਾਕ੍ਰਮ ਦੇ ਪਿੱਛੇ ਸੁਮੇਧ ਸੈਣੀ ਜਿਹੜਾ ਉਸ ਵਕਤ ਡੀਜੀਪੀ ਹੈ, ਔਰ ਸੁਖਬੀਰ ਸਿੰਘ ਬਾਦਲ ਜਿਹੜਾ ਉਪ ਮੁੱਖ ਮੰਤਰੀ ਹੈ, ਔਰ ਇਹਨਾਂ ਨੇ ਸਾਰਿਆਂ ਨੇ ਰਲ ਕੇ ਸਾਡੇ ਤੇ ਗੇਮ ਖੇਡੀ। ਸਮਝ ਨਹੀਂ ਆਉਂਦੀ ਪੰਜਾਬ ਦੇ ਇਹ ਰਾਜਨੀਤਿਕ ਲੋਕ ਅਜੇ ਤੱਕ ਮਤਲਬ ਇੰਨੇ ਮਰ ਕੇ, ਇੰਨੀ ਜ਼ਮੀਰ ਗਿਰੀ ਹੋਈ ਇਹਨਾਂ ਦੀ, ਬਿਲਕੁਲ ਮਰ ਚੁੱਕੇ ਨੇ ਕਿ ਜਿਹੜਾ ਜੇਲ੍ਹ 'ਚ ਬੈਠਾ ਸੌਦਾ ਸਾਧ ਅਜੇ ਵੀ ਇਹਨਾਂ ਨੂੰ ਉਹਦੀਆਂ ਵੋਟਾਂ ਦੀ ਆਸ ਹੈਗੀ ਆ ਕਿ ਉਧਰਲੇ ਪਾਸੇ ਨੂੰ ਮੂੰਹ ਨਹੀਂ ਕਰਨ ਦਿੰਦੇ ਇਹ ਸਾਰੀਆਂ ਜਿਹੜੀਆਂ ਜਾਂਚ ਟੀਮਾਂ ਬਣੀਆਂ ਹੋਈਆਂ। ਪਰ ਇਹ ਤਾਂ ਬਹੁਤ ਵੱਡਾ ਝੂਠ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਬੋਲਿਆ ਸੀ, ਹੁਣ ਨੰਗਾ ਚਿੱਟਾ ਹੋ ਗਿਆ ਕਿ ਇਹਨੇ ਜਵਾਨੀ ਕਲਾਮੀ ਪੂਰੇ ਮੀਡੀਆ ਨੂੰ, ਮੈਂ ਕਹਿੰਦਾ ਇਹਨੇ ਗੁੰਮਰਾਹ ਕੀਤਾ। ਪੂਰੇ ਦੁਨੀਆ ਵਿੱਚ ਵਸਦੇ ਹੋਏ ਸਿੱਖਾਂ ਨੂੰ, ਪੰਜਾਬੀਆਂ ਨੂੰ ਗੁੰਮਰਾਹ ਕੀਤਾ ਕਿ ਅਸੀਂ ਸਿੱਖ ਪ੍ਰਚਾਰਕਾਂ ਦੇ ਪਰਚੇ ਰੱਦ ਕਰਤੇ, ਜਦੋਂ ਕਿ ਜਿਹੜਾ ਥਾਣਾ ਸਿਟੀ ਕੋਟਕਪੂਰੇ ਦੇ ਵਿੱਚ 192 ਨੰਬਰ FIR ਜਿਉਂ ਦੀ ਤਿਉਂ ਖੜੀ ਹੈ। ਸੌਦਾ ਸਾਧ ਤੇ ਸੁਖਬੀਰ ਦਾ ਆਪਸ ਦੇ ਵਿੱਚ ਗੱਠਜੋੜ ਬਣਿਆ। ਸੌਦਾ ਸਾਧ ਨੇ ਕਿਹਾ ਵੀ ਮਤਲਬ ਮੈਂ ਤੁਹਾਨੂੰ ਵੋਟਾਂ ਪਵਾਈ ਜਾਊਂਗਾ ਤੇ ਤੁਸੀਂ ਜਿਹੜਾ ਮੇਰੀ ਪੁਸਤ ਪਨਾਹੀ ਕਰਦੇ ਰਹੋ। ਪ੍ਰਸ਼ਾਸਨ ਕਹਿੰਦੇ ਵੀ ਤੁਸੀਂ ਰਾਮ ਰਹੀਮ ਦਾ ਨਾਮ ਕਿਵੇਂ ਲੈਤਾ ਇੱਥੇ ਚੱਲਦੇ ਦੀਵਾਨ 'ਚ। ਇਹਦਾ ਮਤਲਬ ਦੇਖੋ, ਪ੍ਰਸ਼ਾਸਨ ਜਿਹੜਾ ਪੂਰੇ ਤੌਰ ਤੇ ਸੌਦਾ ਸਾਧ ਦੇ ਚੇਲਿਆਂ ਨੂੰ ਹੌਸਲੇ ਬੁਲੰਦ ਕਰ ਰਿਹਾ ਸੀਗਾ। ਪੂਰੇ ਵਰਲਡ ਵਿੱਚ ਕਦੇ ਇੱਦਾਂ ਨਹੀਂ ਹੁੰਦਾ ਕਿ ਇੱਕ ਫਿਲਮ ਦੇ ਪੋਸਟਰ ਨੂੰ ਦੋ ਬੰਦੇ ਗਨਮੈਨ ਲਾਏ ਗਏ, ਪ੍ਰਸ਼ਾਸਨ ਦੇ ਲਾਏ, ਇਹਨਾਂ ਨੇ ਸੁਖਬੀਰ ਹੋਰਾਂ ਨੇ ਲਾਏ, ਤੇ ਦੂਜੇ ਪਾਸੇ ਸਾਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ, ਦੀਵਾਨ ਵੀ ਬੰਦ ਕਰਵਾਏ ਗਏ। ਸੌਦਾ ਸਾਧ ਆਪਣੇ ਇਸ ਗੱਲੋਂ ਡਰਦਾ ਸੀ ਕਿ ਮੇਰੇ ਬੰਦੇ ਸਾਰੇ ਟੁੱਟ ਰਹੇ ਨੇ ਲਗਾਤਾਰ। ਅੱਜ ਸਲਾਵਤਪੁਰਾ ਜਿਹੜਾ ਉਹਦਾ ਮੇਨ ਡੇਰਾ ਸੀ ਕਿਸੇ ਵਕਤ, ਅੱਜ ਉੱਥੇ ਸਿਰਫ ਗਿਣਤੀ ਦੇ ਸੌਦਾ ਸਾਧ ਨਾਲ 4 ਘਰ ਜੁੜੇ ਆ, 5 ਨਹੀਂ ਹੈਗੇ, ਸਿਰਫ 4 ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। ਅੱਜ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। SIT ਨੇ ਅਦਾਲਤ ਦੇ ਵਿੱਚ ਇੱਕ ਚਲਾਨ ਪੇਸ਼ ਕੀਤਾ ਹੈ, ਜਿਸ ਦੇ ਵਿੱਚ ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਰਣਜੀਤ ਸਿੰਘ ਢੰਡੀਆਂ ਵਾਲੇ, ਭਾਈ ਪੰਥਕਪ੍ਰੀਤ ਤੇ ਹੋਰ ਕਈ ਲੋਕ ਨੇ, 23 ਜਾਣੇ, ਉਹਨਾਂ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਗਈ ਆ। ਇਹਨਾਂ ਤੇ ਮਾਮਲਾ ਦਰਜ ਹੋਇਆ ਸੀ ਜਦੋਂ 2015 ਦੇ ਵਿੱਚ ਕੋਟਕਪੂਰਾ ਗੋਲੀकांड ਜਿਹੜਾ ਵਾਪਰਿਆ ਸੀ। ਉਹਨਾਂ ਦੇ ਸਮੇਂ ਦੇ ਵਿੱਚ ਜੋ ਸਮੇਂ SHO ਤੇ DSP ਸੀ, ਉਹਨਾਂ ਦੇ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ। ਜਿਹੜੇ ਪ੍ਰਚਾਰਕ ਨੇ ਇਹਨਾਂ ਦੇ ਵੱਲੋਂ ਹਿੰਸਕ ਉੱਥੇ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਇਹਨਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ। ਪਰ ਹੁਣ ਚਿੱਟ ਨੇ ਜਿਹੜੀ ਸਿੱਟਾ ਜਿਸ ਦੀ ਮੈਂਬਰ ਨੇ ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੇ ਇੱਕ ਚਲਾਨ ਪੇਸ਼ ਕੀਤਾ। ਉਹਨਾਂ ਦੇ ਵਿੱਚ ਇਹਨਾਂ ਨੂੰ ਬਿਲਕੁਲ ਬੇਕਸੂਰ ਦੱਸਿਆ। ਸਾਡੇ ਨਾਲ ਅੱਜ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਗੱਲਬਾਤ ਕਰਨ ਦੇ ਲਈ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਇੱਕ ਅੱਜ ਕੋਟਕਪੂਰਾ ਗੋਲੀकांड ਮਾਮਲੇ 'ਚ ਵੱਡੀ ਖਬਰ ਸਾਹਮਣੇ ਆਈ ਹੈ। ਤੁਹਾਡਾ ਵੀ ਉਹਦੇ ਵਿੱਚ ਨਾਮ ਹੈਗਾ, ਢੰਡਰੀਆਂ ਵਾਲੇ ਨੇ ਹੈਗੇ ਨੇ, ਪੰਥਕਪ੍ਰੀਤ ਹੈਗਾ, ਹੋਰ ਵੀ ਕਈ ਸਿੱਖ ਆਗੂ ਹੈਗੇ ਨੇ ਜਿਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਆ। ਹਾਂਜੀ, ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਹ ਜਿਹੜਾ SIT ਨੇ ਸਿੱਖ ਪ੍ਰਚਾਰਕਾਂ ਨੂੰ ਕਲੀਨ ਚਿੱਟ ਦਿੱਤੀ ਹੈ, ਇਹਦੇ ਸੰਬੰਧੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ 14 ਅਕਤੂਬਰ 2015 ਦੇ ਵਿੱਚ ਸ਼ਾਂਤਮਈ ਗੁਰਬਾਣੀ ਪੜ੍ਹ ਰਹੇ ਸੀ, ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਗਿਆ ਸੀ, ਜਾਪ ਸਾਹਿਬ ਦੀ ਆਰੰਭਤਾ ਸੀਗੀ, ਤਾਂ ਗੁਰਬਾਣੀ ਪੜ੍ਹਦਿਆਂ ਦੇ ਉੱਤੇ ਬਿਨਾਂ ਕਿਸੇ ਵਾਰਨਿੰਗ ਤੋਂ ਪ੍ਰਸ਼ਾਸਨ ਨੇ ਡਾਂਗਾਂ ਭਰਾਈਆਂ, ਸੀਵਰੇਜ ਦਾ ਗੰਦਾ ਪਾਣੀ ਵੀ ਸੁੱਟਿਆ, ਸਾਡੇ ਨੌਜਵਾਨ ਫੱਟੜ ਵੀ ਕੀਤੇ, ਔਰ ਬਾਈਬਲ ਕਲਾਂ ਜਾ ਕੇ 2 ਨੌਜਵਾਨ ਸ਼ਹੀਦ ਵੀ ਕਰ ਦਿੱਤੇ ਸੀਗੇ। ਉਸ ਸਮੇਂ ਦੇ ਦੌਰਾਨ ਸਾਨੂੰ ਬਹੁਤ ਹੈਰਾਨੀ ਹੋਈ ਸੀ ਕਿ ਜਦੋਂ ਵਕਤ ਦੀ ਸਰਕਾਰ ਨੇ, ਬਾਦਲ ਕਿਆਂ ਦੇ ਪ੍ਰਸ਼ਾਸਨ ਨੇ 307 ਦੇ
ਪਰਚੇ ਸਾਡੇ 23 ਜਾਣਿਆਂ ਦੇ ਉੱਪਰ, ਟੋਟਲ 23 ਬੰਦਿਆਂ ਦੇ ਉੱਪਰ, ਜਿਵੇਂ ਆਪ ਜੀ ਨੇ ਦੱਸਿਆ ਵੀਰ ਹਰਜੀਤ ਸਿੰਘ ਢਪਾਲੀ ਸੀਗੇ, ਭਾਈ ਪੰਥਪ੍ਰੀਤ ਸਿੰਘ ਜਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਬਹੁਤ ਸਾਰੇ ਵੀਰ ਸੀ। ਇਸ ਤਰ੍ਹਾਂ 23 ਪ੍ਰਚਾਰਕ, 23 ਆਗੂਆਂ ਦੇ ਉੱਪਰ ਕਹਿ ਲਓ ਇਰਾਦਾ ਕਤਲ ਦਾ ਸਾਡੇ ਤੇ ਜਦੋਂ ਪਰਚਾ ਪਾਇਆ ਤਾਂ ਬੜਾ ਹੈਰਾਨਗੀ ਹੋਈ ਕਿ ਗੁਰਬਾਣੀ ਪੜ੍ਹਦੇ ਆ, ਸ਼ਾਂਤਮਈ ਬੈਠੇ ਆ, ਔਰ ਸਾਨੂੰ ਮੀਡੀਆ ਤੋਂ ਇਹ ਪਤਾ ਲੱਗ ਰਿਹਾ ਕਿ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਲਿਖੀਆਂ ਗਈਆਂ ਕਿ ਇਹ ਬੰਦੇ ਭੜਕਾਊ ਪ੍ਰਚਾਰ ਕਰ ਰਹੇ ਸੀ। ਇਹ ਕਹਿ ਰਹੇ ਸੀਗੇ ਕਿ ਤੁਸੀਂ ਵੱਢ ਟੁੱਕ ਕਰਦੇ ਹੋ, ਭੜਕਾ ਰਹੇ ਸੀ ਲੋਕਾਂ ਨੂੰ, ਜਦੋਂ ਕਿ ਵਾਰ-ਵਾਰ ਉੱਥੇ ਇਹ ਕਿਹਾ ਜਾ ਰਿਹਾ ਸੀ ਕਿ ਅਸੀਂ ਸ਼ਾਂਤਮਈ ਸ਼ਾਂਤਮਈ ਰਹਿਣਾ ਹੈ ਔਰ ਇਹ ਜਿਹੜਾ ਧਰਨਾ ਬਿਲਕੁਲ ਸ਼ਾਂਤਮਈ ਹੈਗਾ। ਤਾਂ ਇਹਦੇ ਬਾਵਜੂਦ ਵੀ ਗੁਰਬਾਣੀ ਪੜ੍ਹਦਿਆਂ ਤੇ ਡਾਂਗਾ ਮਾਰ ਕੇ, ਫੱਟੜ ਕਰਕੇ ਬੰਦਿਆਂ ਤੇ ਉੱਤੇ ਉਲਟਾ 307 ਦੇ ਪਰਚੇ ਪਾ ਦਿੱਤੇ। ਤਾਂ ਸੰਗਤ ਨੇ ਉਸ ਵਕਤ ਬਹੁਤ ਵੱਡੇ ਪੱਧਰ ਤੇ ਜਿਹੜਾ ਸੰਗਤ ਦਾ ਗੁੱਸਾ ਸੀ ਹੋਰ ਦੁੱਗਣਾ ਹੋ ਗਿਆ ਸੀ ਕਿ ਇੱਕ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੋ ਗਈ, ਜੇ ਸ਼ਾਂਤਮਈ ਬੈਠਿਆਂ ਨੇ ਰੋਸ ਜਤਾਇਆ ਹੈ, ਦੂਜੇ ਪਾਸੇ ਸੌਦਾ ਸਾਧ ਦੇ ਚੇਲੇ ਕਿੰਨਾ ਭੰਨ ਤੋੜ ਕਰਦੇ ਰਹੇ ਸਮੇਂ-ਸਮੇਂ ਤੇ, ਉਹਨਾਂ ਤੇ ਕੋਈ ਬਣਦੀ ਕਾਰਵਾਈ ਨਹੀਂ ਹੋਈ, ਤੇ ਸਿੱਖ ਸ਼ਾਂਤਮਈ ਬੈਠੇ ਵੀ ਇਹਨਾਂ ਨੂੰ ਇਰਾਦਾ ਕਤਲ ਦਾ ਪਰਚਾ ਕਿਵੇਂ ਪਾਤਾ। ਤਾਂ ਸੁਖਵੀਰ ਸਿੰਘ ਬਾਦਲ ਨੇ ਓਪਨਲੀ ਇਹ ਗੱਲ ਕਹੀ ਸੀਗੀ ਮੀਡੀਆ ਦੇ ਵਿੱਚ ਕਿ ਜਿਹੜੇ ਉਹ ਇਰਾਦਾ ਕਤਲ ਦੇ ਪਰਚੇ ਅਸੀਂ ਪਾਏ ਨੇ ਸਿੱਖ ਪ੍ਰਚਾਰਕਾਂ ਤੇ, ਉਹ ਸਾਰੇ ਰੱਦ ਨੇ। ਤਾਂ ਉਸ ਗੱਲ ਨੂੰ ਅਸੀਂ ਵੀ ਹੂਬਹੂ ਕਬੂਲ ਕਰ ਲਿਆ। ਸਾਰੇ ਪ੍ਰਚਾਰਕਾਂ ਨੇ ਇਹ ਮੰਨ ਲਿਆ ਸੀ ਵੀ ਹਾਂ ਸਾਡੇ ਤੇ ਹੁਣ ਕੋਈ ਪਰਚਾ ਨਹੀਂ, ਅਸੀਂ ਰੱਦ ਕਰ ਦਿੱਤੇ। ਹਾਲਾਂਕਿ ਮੈਂ ਦੱਸਣਾ ਚਾਹੁੰਦਾ ਸਾਡੇ ਇੱਕ ਬਹੁਤ ਸਤਿਕਾਰਯੋਗ ਸਿੱਖ ਆਗੂ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ ਸਾਡੇ ਤੇ ਮਤਲਬ ਵਿਅੰਗ ਵੀ ਕਸੇ ਸੀਗੇ ਕਿ ਤੁਸੀਂ ਸਰਕਾਰ ਦੇ ਨਾਲ ਕਿਹੜਾ ਸਮਝੌਤਾ ਕਰਕੇ ਆਏ ਹੋ ਜਿਹੜਾ ਤੁਹਾਡੇ ਤੇ ਪਰਚੇ ਜਿਹੜੇ ਰੱਦ ਹੋ ਗਏ। ਉਹ ਸੀਗੇ ਜੀ, ਮੈਂ ਸਿਮਰਨਜੀਤ ਸਿੰਘ ਮਾਨ ਨੇ ਉਸ ਟਾਈਮ ਕਿਹਾ ਸੀਗਾ, ਮੈਂ ਉਹਨਾਂ ਦਾ ਵੈਸੇ ਸਤਿਕਾਰ ਕਰਦਾ, ਪਰ ਉਹਨਾਂ ਨੇ ਉਸ ਟਾਈਮ ਇਹ ਗੱਲ ਉਠਾਈ ਸੀ। ਪਰ ਮਤਲਬ ਕਿਉਂਕਿ ਉਹਨਾਂ ਨੂੰ ਵੀ ਇਹ ਲੱਗਦਾ ਸੀਗਾ, ਸਾਨੂੰ ਵੀ ਇਹੀ ਲੱਗਦਾ ਸੀ ਕਿ ਜਿਹੜੇ ਪਰਚੇ ਸਾਡੇ ਰੱਦ ਹੋ ਗਏ, ਅਸੀਂ ਇਹ ਸਮਝਦੇ ਸੀ ਕਿ ਸੰਗਤ ਦੇ ਦਬਾਅ ਕਰਕੇ ਰੱਦ ਹੋਏ ਨੇ। ਪਰ ਇਹ ਤਾਂ ਬਹੁਤ ਵੱਡਾ ਝੂਠ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਬੋਲਿਆ ਸੀ, ਹੁਣ ਨੰਗਾ ਚਿੱਟਾ ਹੋ ਗਿਆ ਕਿ ਇਹਨੇ ਜਵਾਨੀ ਕਲਾਮੀ ਪੂਰੇ ਮੀਡੀਆ ਨੂੰ, ਮੈਂ ਕਹਿੰਦਾ ਇਹਨੇ ਗੁੰਮਰਾਹ ਕੀਤਾ, ਪੂਰੇ ਦੁਨੀਆ ਵਿੱਚ ਵਸਦੇ ਹੋਏ ਸਿੱਖਾਂ ਨੂੰ, ਪੰਜਾਬੀਆਂ ਨੂੰ ਗੁੰਮਰਾਹ ਕੀਤਾ ਕਿ ਅਸੀਂ ਸਿੱਖ ਪ੍ਰਚਾਰਕਾਂ ਤੇ ਪਰਚੇ ਰੱਦ ਕਰਤੇ, ਜਦੋਂ ਕਿ ਜਿਹੜਾ ਥਾਣਾ ਸਿਟੀ ਕੋਟਕਪੂਰੇ ਦੇ ਵਿੱਚ 192 ਨੰਬਰ FIR ਜਿਉਂ ਦੀ ਤਿਉਂ ਖੜੀ ਹੈ। ਇਹ ਤਾਂ SIT ਨੇ ਹੁਣ ਜਦੋਂ ਸਾਰੀਆਂ ਗਵਾਹੀਆਂ, ਜਦੋਂ ਤਫਤੀਸ਼ ਹੋ ਰਹੀ ਹੈ, ਕਲੀਨ ਚਿੱਟ ਦਿੱਤੀ ਆ ਉਹਨਾਂ ਨੇ। ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਹੜਾ ਉਹਨਾਂ ਨੇ ਬਿਲਕੁਲ ਸਹੀ ਹੈ, ਔਰ ਇਹ ਪੂਰੀ ਦੁਨੀਆ ਨੂੰ ਪਤਾ ਹੈ ਕਿਉਂਕਿ ਸਾਰਾ ਕੁਝ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਉਸ ਵਕਤ ਚੱਲਿਆ ਕਿ ਕਿਵੇਂ ਉੱਥੇ ਗੁਰਬਾਣੀ ਪੜ੍ਹਦਿਆਂ ਉੱਤੇ ਕਹਿਰ ਜਿਹੜਾ ਪ੍ਰਸ਼ਾਸਨ ਨੇ ਢਾਇਆ ਸੀਗਾ ਜੀ। ਜਿਹੜੇ ਉਸ ਸਮੇਂ ਦੇ SHO ਸੀ ਜਾਂ DSP ਸੀ, ਉਹਨਾਂ ਵੱਲੋਂ ਇਹ ਪਰਚੇ ਕੀਤੇ ਗਏ, ਤੁਹਾਡੇ ਤੇ ਨਾਮਜ਼ਦ ਤੁਹਾਨੂੰ ਕੀਤਾ ਗਿਆ, ਕਿਸ ਦੇ ਦਬਾਅ ਹੇਠ ਤੁਸੀਂ ਮੰਨਦੇ ਹੋ ਵੀ ਇਹ ਜਿਹੜੇ ਤੇ ਕਾਰਵਾਈ ਹੋਈ? ਮੈਂ ਸਮਝਦਾ ਜੀ, ਇਹ ਦੇਖੋ ਜਿਹੜਾ SHO ਗੁਰਦੀਪ ਪੰਧੇਰ ਹੈ ਜਾਂ ਹੋਰ ਉੱਚ ਅਧਿਕਾਰੀ ਜਿਹੜੇ ਨਾਰਮਲ ਹੈਗੇ ਨੇ, ਇਹਨਾਂ ਦੀ ਨਹੀਂ ਕੋਈ ਇੰਨੀ ਗੱਲ, ਇਹਨਾਂ ਨੂੰ ਤਾਂ ਵਰਤਿਆ ਜਾਂਦਾ ਹੁੰਦਾ, ਇਹਨਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਵੀ ਸਾਤੋਂ ਕੀ ਕਰਾਈ ਜਾਂਦੇ ਨੇ ਵੱਡੇ ਆਫੀਸਰ। ਇਹ ਸਾਰੇ ਘਟਨਾਕ੍ਰਮ ਦੇ ਪਿੱਛੇ ਸੁਮੇਧ ਸੈਣੀ ਜਿਹੜਾ ਉਸ ਵਕਤ DGP ਹੈ, ਔਰ ਸੁਖਬੀਰ ਸਿੰਘ ਬਾਦਲ ਜਿਹੜਾ ਉਪ ਮੁੱਖ ਮੰਤਰੀ ਹੈ, ਔਰ ਇਹਨਾਂ ਨੇ ਸਾਰਿਆਂ ਨੇ ਰਲ ਕੇ ਸਾਡੇ ਤੇ ਗੇਮ ਖੇਡੀ। ਅਸਲ ਵਿੱਚ ਇਹ ਤਿੱਕੜੀ ਹੈ, ਸੌਦਾ ਸਾਧ, ਸੁਖਬੀਰ ਬਾਦਲ ਤੇ ਸੁਮੇਧ ਸੈਣੀ। ਸੌਦਾ ਸਾਧ ਤੇ ਸੁਖਬੀਰ ਦਾ ਆਪਸ ਦੇ ਵਿੱਚ ਗੱਠਜੋੜ ਬਣਿਆ। ਸੌਦਾ ਸਾਧ ਨੇ ਕਿਹਾ ਵੀ ਮਤਲਬ ਮੈਂ ਤੁਹਾਨੂੰ ਵੋਟਾਂ ਪਵਾਈ ਜਾਊਂਗਾ ਤੇ ਤੁਸੀਂ ਜਿਹੜਾ ਮੇਰੀ ਪੁਸਤ ਪਨਾਹੀ ਕਰਦੇ ਰਹੋ। ਮਤਲਬ ਇਹ 2007 ਤੋਂ ਲਾ ਕੇ ਜਦੋਂ ਉਹਨੇ ਸਵਾਂਗ ਰਚਿਆ ਸੀ ਗੁਰੂ ਗੋਬਿੰਦ ਸਿੰਘ ਪਿਤਾ ਦਾ, ਉਦੋਂ ਤੋਂ ਲੈ ਕੇ ਬਾਦਲ ਕਾ ਟੱਬਰ ਸੌਦਾ ਸਾਧ ਦੀ ਪੁਸਤ ਪਨਾਹੀ ਕਰਦਾ ਹੈ। ਔਰ ਜਿਹੜਾ ਸੌਦਾ ਸਾਧ ਦਾ ਮੇਨ ਗੜ੍ਹ ਸੀਗਾ ਮਾਨਸਾ, ਮੋਗਾ, ਫਰੀਦਕੋਟ, ਬਰਨਾਲਾ ਵਗੈਰਾ, ਇਹਨਾਂ ਇਲਾਕਿਆਂ ਦੇ ਵਿੱਚ ਬਠਿੰਡਾ ਹੋ ਗਿਆ, ਸਾਡਾ ਕਾਫੀ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਚਾਰ ਹੋਇਆ। 1 ਮਹੀਨੇ ਵਿੱਚ ਵੀ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ 65 ਦੀਵਾਨ ਵੀ ਲਾਉਂਦਾ ਰਿਹਾ, ਰੋਜ਼ 5-5 4-4 ਦੀਵਾਨ ਹੁੰਦੇ, ਔਰ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਆਪਣੇ ਲੋਕਟ ਤੋੜ ਕੇ ਸਿੱਖੀ ਵਿੱਚ ਸ਼ਾਮਲ ਹੁੰਦੇ। ਪਿਆਰ ਨਾਲ ਉਹਨਾਂ ਨੂੰ ਜਦੋਂ ਦੱਸਿਆ ਜਾਂਦਾ ਕਿ ਅਸੀਂ ਵਾਰਸ ਹਾਂ ਗੁਰੂ ਗੋਬਿੰਦ ਸਿੰਘ ਪਿਤਾ ਦੇ ਮਹਾਨ ਵਿਰਸੇ ਦੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਤਾਂ ਇਹ ਇਸ ਗੱਲ ਦਾ ਜਿਹੜਾ ਡਰ ਸੀਗਾ ਸੌਦਾ ਸਾਧ ਨੂੰ ਲੱਗਦਾ ਸੀ। ਕਦੇ ਉਹਦੇ ਬੰਦੇ ਮਾਰਨ ਦੀਆਂ ਪਲੈਨਿੰਗਾਂ ਵੀ ਬਣਾਉਂਦੇ ਰਹੇ ਨੇ। ਔਰ ਤੁਸੀਂ ਵੇਖੋ ਪੂਰੇ ਵਰਲਡ ਵਿੱਚ ਕਦੇ ਇਦਾਂ ਨਹੀਂ ਹੁੰਦਾ ਕਿ ਇੱਕ ਫਿਲਮ ਦੇ ਪੋਸਟਰ ਨੂੰ 2-2 ਬੰਦੇ ਗਨਮੈਨ ਲਾਏ ਗਏ, ਪ੍ਰਸ਼ਾਸਨ ਦੇ ਲਾਏ, ਇਹਨਾਂ ਨੇ ਸੁਖਵੀਰ ਹੋਰਾਂ ਨੇ ਲਾਏ, ਤੇ ਦੂਜੇ ਪਾਸੇ ਸਾਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ, ਦੀਵਾਨ ਵੀ ਬੰਦ ਕਰਵਾਏ ਗਏ, ਔਰ
ਪ੍ਰਸ਼ਾਸਨ ਦੇ ਬੰਦੇ SHO ਪ੍ਰਦੀਪ ਸਿੰਘ ਜਿਹੜਾ ਗੋਲੀकांड ਦੇ ਵਿੱਚ ਵੀ ਆ, ਉਹਨੇ ਵੀ ਧਮਕੀ ਦਿੱਤੀ, ਸਾਡੇ ਇਲਾਕੇ 'ਚ ਵੜ ਕੇ ਦਿਖਾਈ, ਬਹੁਤ ਇਹਨਾਂ ਨੇ ਯਤਨ ਕੀਤੇ। ਤੇ ਇਸ ਤੋਂ ਵੀ ਵੱਡੀ ਗੱਲ, ਸਾਡਾ ਕਿਰਦਾਰ ਕੁਸ਼ੀ ਕਰਨ ਦਾ ਵੀ ਯਤਨ ਕੀਤਾ। ਜਦੋਂ ਬੇਅਦਬੀ ਵਾਲਾ ਸਾਰਾ ਮਸਲਾ ਸਾਡੇ ਉੱਤੇ ਪਾਉਂਦੇ ਸੀ, ਰੁਪਿੰਦਰ ਜਸਵਿੰਦਰ ਰਾਹੀਂ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਇਹ ਕਹਿ ਦਿਓ ਸਿੱਖ ਪ੍ਰਚਾਰਕਾਂ ਦੇ ਕਹਿਣ ਤੇ ਅਸੀਂ ਇਹ ਬੇਅਦਬੀ ਕੀਤੀ ਹੈ। ਤਾਂ ਮੈਂ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਜਾਣੀ ਹਰ ਹੀਲਾ ਵਰਤਿਆ। ਫਿਰ ਤੁਸੀਂ ਵੇਖੋ ਕਿ ਗੁਰਬਾਣੀ ਪੜ੍ਹਦਿਆਂ ਦੇ ਉੱਤੇ ਹੀ ਡਾਂਗਾ ਮਾਰ ਕੇ ਇਰਾਦਾ ਕਤਲ ਵੀ ਸਾਡੇ ਉੱਤੇ ਕਰ ਦਿੱਤਾ ਗਿਆ। ਦੱਸੋ, ਬਾਣੀ ਪੜ੍ਹਦੇ ਆ ਕਿਹੜਾ ਉੱਥੇ ਕੋਈ ਤੋਪ ਵੀੜੀ ਹੋਈ ਸੀ ਵੀ ਅਸੀਂ ਕੋਈ ਜਾਂ ਇੱਦਾਂ ਦਾ ਕੰਮ ਕਰਨਾ ਸੀਗਾ। ਤਾਂ ਮਤਲਬ ਅਸਲ 'ਚ ਇਹ ਹੈ ਜੀ, ਜਿਹੜਾ ਸੌਦਾ ਸਾਧ ਦਾ ਕਿਲਾ ਸੀਗਾ ਉਹਨੂੰ ਢਾਹ ਲੱਗ ਰਹੀ ਸੀ ਪ੍ਰਚਾਰ ਦੇ ਜ਼ਰੀਏ, ਗੁਰਬਾਣੀ ਦੇ ਪ੍ਰਚਾਰ ਦੇ ਜ਼ਰੀਏ, ਸਾਡੇ ਇਤਿਹਾਸ ਦੇ ਪ੍ਰਚਾਰ ਦੇ ਜ਼ਰੀਏ। ਤਾਂ ਮੈਂ ਸਮਝਦਾ ਇਹ 'ਚ ਬੰਦੇ ਦੀ ਗੱਲ ਨਹੀਂ ਹੈ ਵੀ ਮੈਂ ਕਹਾਂ ਵੀ ਮੇਰੀ ਗੱਲ ਹੈਗੀ ਆ ਕੋਈ ਆਪਣੀ। ਸਾਡਾ ਅਮੀਰ ਸਿੱਖ ਸੱਭਿਆਚਾਰ ਹੈ, ਸਾਡਾ ਵਿਲੱਖਣ ਸਿੱਖ ਇਤਿਹਾਸ ਹੈ, ਸਾਡੇ ਕੋਲ ਸਭ ਤੋਂ ਵੱਡੀ ਗੱਲ ਗੁਰਬਾਣੀ ਹੈ। ਉਹਦੀ ਇੰਨੀ ਕੁ ਬਖਸ਼ਿਸ਼ ਸੀ ਕਿ ਇਹਨਾਂ ਨੂੰ ਭਾਜੜ ਪਈ ਹੋਈ ਸੀ ਸੌਦਾ ਸਾਧ ਨੂੰ। ਸੌਦਾ ਸਾਧ ਆਪਣੇ ਇਸ ਗੱਲੋਂ ਡਰਦਾ ਸੀ ਕਿ ਮੇਰੇ ਬੰਦੇ ਸਾਰੇ ਟੁੱਟ ਰਹੇ ਨੇ ਲਗਾਤਾਰ। ਅੱਜ ਸਲਾਵਤਪੁਰਾ ਜਿਹੜਾ ਉਹਦਾ ਮੇਨ ਡੇਰਾ ਸੀ ਕਿਸੇ ਵਕਤ, ਅੱਜ ਉੱਥੇ ਸਿਰਫ ਗਿਣਤੀ ਦੇ ਸੌਦਾ ਸਾਧ ਨਾਲ 4 ਘਰ ਜੁੜੇ ਆ, 5 ਨਹੀਂ ਹੈਗੇ, ਸਿਰਫ 4 ਜੁੜੇ ਹੋਏ ਨੇ। ਤਾਂ ਇਸ ਗੱਲ ਦਾ ਸੁਖਵੀਰ ਨੂੰ ਇਹ ਡਰ ਲੱਗਦਾ ਸੀ ਕਿ ਜਿਹੜਾ 25 ਸਾਲ ਰਾਜ ਕਰਨ ਦਾ ਉਹਦਾ ਸੁਪਨਾ ਹੈ, ਉਹ ਸੌਦਾ ਸਾਧ ਵਰਗੇ ਬੰਦਿਆਂ ਨੂੰ ਉਹਨੂੰ ਚਾਹੀਦੇ ਹੈ ਕਿ ਇੱਕ ਬੰਦੇ ਦੇ ਨਾਲ ਸੈਟਿੰਗ ਰੱਖੋ ਤੇ ਸਾਰੀਆਂ ਵੋਟਾਂ ਪਵਾ ਦੇਣ। ਉਹਦਾ ਅਧੂਰਾ ਰਹਿੰਦਾ ਸੀਗਾ। ਤੇ ਸੁਮੇਧ ਸੈਣੀ ਜਿਹੜਾ ਸ਼ੁਰੂ ਤੋਂ ਉਹਦੇ ਤੇ ਕਿਸ ਕਿਸਮ ਦੇ ਝੂਠੇ ਪੁਲਿਸ ਮੁਕਾਬਲੇ ਕਰਦਾ ਰਿਹਾ, ਕੀ ਕੁਝ ਕਰਦਾ ਰਿਹਾ, ਉਹ ਸਾਰਾ ਇਹ ਜੁੰਡਲੀ ਇਹ ਤਿੱਕੜੀ ਰਲੀ ਹੋਈ ਸੀਗੀ। ਇਹ ਸਾਰੇ ਸਾਨੂੰ ਡਟ ਕੇ ਇਹ ਸਾਡਾ ਵਿਰੋਧ ਕਰਦੇ ਸੀ, ਮਾਨਸਿਕ ਤੌਰ ਤੇ ਵੀ ਟੌਰਚਰ ਕਰਦੇ ਸੀ ਤੇ ਪੂਰਾ ਯਤਨ ਸੀ। ਤੇ ਆ ਜਿਹੜਾ ਇਰਾਦਾ ਕਤਲ ਦਾ ਇਹਨੇ ਕੀਤਾ ਸੀਗਾ ਪਰਚਾ ਦਰਜ, ਤੇ ਉਹ ਜਵਾਨੀ ਕਲਾਮੀ ਤਾਂ ਰੱਦ ਕਰਤਾ, ਉੱਦਾਂ ਇਹਨੇ ਕਾਗਜ਼ਾਂ ਦੇ ਵਿੱਚ ਕਹਿ ਲਓ ਵੀ ਸਟੇਟਸ ਉਹਦਾ ਜਿਉਂਦਾ ਤਿਉਂ ਰੱਖਿਆ। ਮੈਂ ਇੱਥੋਂ ਮੈਨੂੰ ਲੱਗਦਾ ਹੈ ਕਿ ਸੁਖਵੀਰ ਨੂੰ ਉਮੀਦ ਹੋਊਗੀ ਵੀ ਜੇ ਉਹਦੀ ਸਰਕਾਰ ਕਿਤੇ ਦੁਬਾਰਾ ਆ ਜਾਂਦੀ ਤਾਂ ਉਹ ਸਾਰੇ ਸਿੱਖ ਪ੍ਰਚਾਰਕਾਂ ਨੂੰ ਉਹਨੇ ਪਰੇਸ਼ਾਨ ਵੀ ਕਰਨਾ ਸੀ, ਬਲੈਕਮੇਲ ਕਰਨ ਦੀ ਕੋਸ਼ਿਸ਼ ਵੀ ਕਰਨੀ ਸੀ। ਤਾਂ ਉਹਨੇ ਸਾਰੇ ਹੱਥਕੰਡੇ ਜਿਹੜੇ ਵਰਤਣੇ ਸੀਗੇ ਜੀ। ਜਿਹੜੀ ਰਣਵੀਰ ਖੱਟੜਾ ਦੀ ਸਿੱਟ ਆ ਉਹਦੇ ਵੱਲੋਂ ਉਹਨਾਂ ਦੇ ਵੱਲੋਂ ਜਿਹੜਾ ਨਾਮਜ਼ਦ ਕੀਤਾ ਗਿਆ ਡੇਰਾ ਮੁਖੀ ਨੂੰ, ਪਰ ਜਾਂਚ ਨਹੀਂ, ਉਹ ਤੋਂ ਪੁੱਛਗਿੱਛ ਨਹੀਂ ਹੋਏਗੀ। ਕਿਉਂਕਿ ਜੇਕਰ ਪੰਜਾਬ ਦਾ ਮਾਹੌਲ ਖਰਾਬ ਹੋਣ ਦੇ ਅਸਾਰ ਨੇ ਵੀ, ਜੇਕਰ ਉਹ ਤੋਂ ਜਾਂਚ ਹੁੰਦੀ ਆ, ਜੇਲ੍ਹ 'ਚ ਜਾ ਕੇ ਵੀ ਪੁੱਛਗਿੱਛ ਹੋ ਸਕਦੀ ਹੈ ਦੋਨੇ ਸਿੱਟਾਂ ਦੇ ਵੱਲੋਂ। ਬਿਲਕੁਲ ਜੀ, ਪੁੱਛਗਿੱਛ ਹੋਣੀ ਚਾਹੀਦੀ ਹੈ। ਦੋਨੋਂ ਸਿੱਟਾਂ ਜਿਹੜੀਆਂ ਨੇ, ਭਾਵੇਂ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਮੈਂਬਰ ਨੇ ਜਾਂ ਫਿਰ ਖੱਟੜਾ ਜੀ ਵਾਲੀ ਸਿੱਟ ਹੈ, ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਸਕਦੇ ਆ। ਇਹਨਾਂ ਕੋਲੇ ਤਾਕਤ ਹੈ, ਇਹਨਾਂ ਕੋਲੇ ਸੂਝ-ਬੂਝ ਹੈ। ਮਸਲਾ ਇਹ ਹੈ ਕਿ ਇੱਕ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਕੋਈ ਦਬਾਅ ਨਾ ਬਣਾਉਣ, ਇਮਾਨਦਾਰੀ ਨਾਲ ਇਹਨਾਂ ਨੂੰ ਕੰਮ ਕਰਨ ਦੇਣ। ਸਿਰਫ ਸੌਦਾ ਸਾਧ ਦਾ ਨਾਮਜ਼ਦ ਹੋ ਜਾਣਾ ਕੋਈ ਏਡੀ ਵੱਡੀ ਗੱਲ ਨਹੀਂ। ਇਹ ਦੇਰੀ ਨਾਲ ਲਿਆ ਗਿਆ ਦਰੁਸਤ ਫੈਸਲਾ ਜ਼ਰੂਰ ਹੈ ਸਿੱਟ ਦਾ, ਪਰ ਮੈਂ ਸਮਝਦਾ ਕਿ ਜਿਵੇਂ ਆਪ ਜੀ ਨੇ ਗੱਲ ਕੀਤੀ ਹੈ ਕਿ ਗੱਲਬਾਤ ਹੋਵੇ, ਉੱਥੇ ਪੁੱਛਗਿੱਛ ਹੋਵੇ ਉਹਨਾਂ ਤੋਂ ਚੰਗੀ ਤਰ੍ਹਾਂ, ਛਾਣਬੀਨ। ਸਾਡੇ ਤਾਂ ਨੌਜਵਾਨਾਂ ਨੂੰ ਜੀ ਟੌਰਚਰ ਕੀਤਾ ਸੀਗਾ, ਸਾਡੇ ਤਾਂ ਉੱਥੇ ਮੁੰਡਿਆਂ ਦੇ ਚੱਡੇ ਪਾੜੇ ਗਏ ਹੈ, ਤੇ ਸਾਡੇ ਉਹ ਗ੍ਰੰਥੀ ਵੀਰ ਦੇ ਉਹਦੀ ਵਾਈਫ ਦੇ ਬੱਚੇਦਾਨੀ ਤੱਕ ਵੀ ਪ੍ਰੋਬਲਮ ਆ ਗਈ ਸੀਗੀ। ਮਤਲਬ ਜਦੋਂ ਕੋਈ ਸਿੱਖ ਨੂੰ ਤੁਸੀਂ ਬਲੀ ਦਾ ਬੱਕਰਾ ਬਣਾਉਣਾ, ਕੀ ਕੁਝ ਕਰਦੇ ਹੋ। ਹੁਣ ਸੌਦਾ ਸਾਧ ਨੂੰ ਵੀ ਉਸ ਤਰ੍ਹਾਂ ਪੁੱਛਗਿੱਛ ਉਹਦੀ ਹੋਣੀ ਚਾਹੀਦੀ ਹੈ, ਉਹਨੂੰ ਵੀ ਟੌਰਚਰ ਕਰੋ, ਪੁੱਛੋ ਵੀ ਕਿਉਂ ਇਹ ਸਾਰੇ ਇਸ ਤਰ੍ਹਾਂ ਦੇ ਕੰਮ ਕਰਦਾ ਸੀਗਾ। ਤੇ ਮੌੜ ਬੰਬ ਕਾਂਡ ਹੈ, ਉੱਥੇ ਮਾਸੂਮਾਂ ਦੀਆਂ ਜਾਨਾਂ ਚਲੀਆਂ ਗਈਆਂ, ਅਜੇ ਤੱਕ ਉਹ ਵੀ ਵਿੱਚ ਹੀ ਲਟਕਦੀ ਹੈ। ਜਦੋਂ ਜਾਂਚ ਸੌਦਾ ਸਾਧ ਵੱਲ ਜਾਣ ਲੱਗਦੀ ਹੈ, ਸਮਝ ਨਹੀਂ ਆਉਂਦੀ। ਪੰਜਾਬ ਦੇ ਇਹ ਰਾਜਨੀਤਿਕ ਲੋਕ ਅਜੇ ਤੱਕ ਮਤਲਬ ਇੰਨੇ ਮਰ ਗਏ, ਇੰਨੀ ਜ਼ਮੀਰ ਗਿਰੀ ਹੋਈ ਇਹਨਾਂ ਦੀ, ਬਿਲਕੁਲ ਮਰ ਚੁੱਕੇ ਨੇ ਕਿ ਜਿਹੜਾ ਜੇਲ੍ਹ 'ਚ ਬੈਠਾ ਸੌਦਾ ਸਾਧ, ਅਜੇ ਵੀ ਇਹਨਾਂ ਨੂੰ ਉਹਦੀਆਂ ਵੋਟਾਂ ਦੀ ਆਸ ਹੈਗੀ ਆ ਕਿ ਉਧਰਲੇ ਪਾਸੇ ਨੂੰ ਮੂੰਹ ਨਹੀਂ ਕਰਨ ਦਿੰਦੇ। ਇਹ ਸਾਰੀਆਂ ਜਿਹੜੀਆਂ ਜਾਂਚ ਟੀਮਾਂ ਬਣੀਆਂ ਹੋਈਆਂ ਨੇ, ਸਿੱਟਾਂ ਬਣੀਆਂ, ਅਕਾਲੀ ਦਲ ਦੇ ਰਾਜ 'ਚ ਵੀ ਬਣੀਆਂ, ਕੈਪਟਨ ਦੇ ਰਾਜ 'ਚ ਵੀ ਬਣੀਆਂ। ਜਿਹੜੀ ਖੱਟੜ ਵਾਲੀ ਉਹ ਪਹਿਲਾਂ ਦੀ ਬਣੀ ਹੋਈ ਆ ਮੈਨੂੰ ਲੱਗਦਾ, ਤੇ ਦੁਬਾਰੇ ਹੁਣ ਇਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਵਾਲੀ ਬਣਾਈ ਆ। ਸਿੱਟਾਂ ਸਮਾਂ ਹੁਣ 3.5 ਸਾਲ ਬੀਤ ਗਏ ਕੈਪਟਨ ਦੀ ਸਰਕਾਰ ਨੂੰ। ਇੰਨਾ ਸਮਾਂ ਲਾਤਾ, ਸਿੱਖ ਜਿਹੜੀ ਕੌਮ ਆ ਇਨਸਾਫ ਵੱਲ ਉਡੀਕਦੀ ਆ। ਕਿਤੇ ਮੈਨੂੰ ਲੱਗਦਾ ਸਰਕਾਰ ਚੋਣਾਂ ਤੋਂ ਐਨ ਪਹਿਲਾਂ ਆ ਕੇ ਨਾ ਇਨਸਾਫ ਦੇਵੇ ਸਿੱਖਾਂ ਨੂੰ ਵੋਟ ਬੈਂਕ ਲਈ। ਦੇਖੋ ਜੀ, ਇਨਸਾਫ ਜਿਹੜਾ ਵੈਸੇ ਤਾਂ ਸਾਡਾ ਇਹ ਕੌਮ ਦਾ ਦੁਖਾਂਤ ਹੈ ਕਿ 2% ਤੋਂ ਘੱਟ ਆਬਾਦੀ ਹੋਣ ਦੇ ਬਾਵਜੂਦ 85% ਤੋਂ ਵੱਧ ਕੁਰਬਾਨੀਆਂ ਕਰਕੇ ਮੁਲਕ ਨੂੰ ਆਜ਼ਾਦ ਕਰਾਇਆ। ਆਜ਼ਾਦੀ ਤੋਂ ਬਾਅਦ ਬੜੀਆਂ ਸਾਨੂੰ ਬੇਇਨਸਾਫੀਆਂ ਸਾਡੇ ਨਾਲ ਹੋਈਆਂ। ਤਾਂ ਇਹ ਹੁਣ 84 ਦੇ ਮਸਲੇ ਤੇ ਵੀ ਸਾਨੂੰ ਇਨਸਾਫ ਦੀ ਥਾਂ ਤੇ ਇਨਸਾਫ ਟੀਮਾਂ ਤੇ ਜਾਂਚ ਕਮਿਸ਼ਨ ਮਿਲਦੇ ਰਹੇ। ਬੇਅਦਬੀ ਦੇ ਮਸਲੇ ਤੇ ਵੀ ਸਾਡੇ ਨਾਲ ਇਹੀ ਕੁਝ ਹੋ ਰਿਹਾ ਤੇ ਟਾਈਮ 1.5 ਸਾਲ ਦਾ ਰਹਿ ਗਿਆ ਕੈਪਟਨ ਅਮਰਿੰਦਰ ਸਿੰਘ ਦਾ। ਪਰ ਜੇ ਉਹ ਇਮਾਨਦਾਰੀ ਤੇ ਆਉਣ, ਜੇ ਉਹ ਮਤਲਬ ਆਪਣੇ ਅੰਦਰੋਂ ਜ਼ਮੀਰ ਨੂੰ ਜਗਾਉਣ, ਮੈਂ ਸਮਝਦਾ ਇਹ ਸਾਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਇਆ ਪਿਆ।
ਬੱਚੇ ਬੱਚੇ ਦੀ ਜ਼ੁਬਾਨ ਤੇ ਹੈ ਕਿ ਬੇਅਦਬੀ ਘਟਨਾਕ੍ਰਮ ਦੇ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਨੇ, ਬਾਈਬਲ ਕਲਾਂ ਕੋਟਕਪੂਰਾ ਗੋਲੀकांड ਦੇ ਮਾਸਟਰਮਾਈਂਡ ਸੁਮੇਧ ਸੈਣੀ ਤੇ ਸੁਖਵੀਰ ਬਾਦਲ ਨੇ। ਜੇ ਇਹ ਚਾਹੁਣ ਸਿੱਟਾਂ ਨੂੰ ਛੂਟ ਦੇਣ ਕਿ ਇਮਾਨਦਾਰੀ ਨਾਲ ਕੰਮ ਕਰੋ, ਇਹ ਤਾਂ ਚੰਦ ਦਿਨਾਂ ਦੀ ਖੇਡ ਹੈ, ਸਾਰਾ ਮਸਲਾ ਜਿਹੜਾ ਹੱਲ ਹੋ ਸਕਦਾ ਜੀ। ਤੁਸੀਂ ਵੀ ਬੇਅਦਬੀ ਮਾਮਲੇ ਦੇ ਵਿੱਚ ਗਵਾਹ ਹੋ, ਤੁਸੀਂ ਨੇ ਸੁਰੱਖਿਆ ਵੀ ਮੰਗੀ ਸੀ, ਕੋਈ ਤੁਹਾਨੂੰ ਹੁਣ ਵੀ ਧਮਕੀਆਂ ਵਗੈਰਾ ਆ ਰਹੀਆਂ ਨੇ? ਨਹੀਂ ਜੀ, ਮੈਂ ਸੁਰੱਖਿਆ ਨਹੀਂ ਸੀ ਮੰਗੀ, ਮੈਂ ਸਪਸ਼ਟ ਕਰ ਦਿਆਂ। ਉਹ ਇਹ ਸੀਗਾ ਕਿ ਐਸਆਈਟੀ ਨੇ ਜ਼ਿਕਰ ਕੀਤਾ ਜਿਹੜਾ ਕਿ ਜਦੋਂ ਬੁਰਜ ਜਵਾਹਰ ਸਿੰਘ ਵਾਲੇ ਦੇ ਵਿੱਚ ਦੀਵਾਨ ਲੱਗੇ, ਉੱਥੇ ਬਹੁਤ ਸਾਰੇ ਡੇਰਾ ਪ੍ਰੇਮੀ ਲੋਕਟ ਤੋੜ ਕੇ ਸੁੱਟ ਗਏ, ਇਹ ਜ਼ਿਕਰ ਸੀਗਾ। ਤਾਂ ਉਸ ਤੋਂ ਬਾਅਦ ਸੰਗਤ ਦੇ ਵਿੱਚ ਵੀ ਇਹ ਗੱਲ ਚੱਲੀ, ਬਹੁਤ ਸਾਰੇ ਜਿਹੜੇ ਮੇਰੇ ਵੀਰ ਨਾਲ ਸੇਵਾਵਾਂ ਨਿਭਾਉਂਦੇ ਨੇ ਜਾਂ ਸਾਡੇ ਪ੍ਰਬੰਧਕ ਨੇ ਜਿਹੜੇ ਦੀਵਾਨ ਲਵਾਉਂਦੇ ਨੇ, ਉਹ ਵੀ ਕਾਫੀ ਚਿੰਤਤ ਹੋਏ। ਤਾਂ ਜਿਹੜੇ ਕਈ ਰਾਜਨੀਤਿਕ ਪਾਰਟੀਆਂ ਵਾਲੇ ਵੀ ਵੀਰਾਂ ਨੇ ਇਹ ਗੱਲ ਕੀਤੀ, ਆ ਕੇ ਮੈਨੂੰ ਪਰਸਨਲੀ ਘਰੇ ਮਿਲੇ ਕਿ ਸਾਨੂੰ ਹਮਦਰਦੀ ਹੈ, ਤੁਸੀਂ ਸੋਹਣਾ ਕੰਮ ਕਰਦੇ ਹੋ। ਤਾਂ ਮਤਲਬ ਇਹ ਹੈ ਵੀ ਸਰਕਾਰ ਵੱਲੋਂ ਕੋਈ ਇਸ ਕਿਸਮ ਦਾ ਨਹੀਂ ਹੋਇਆ। ਤਾਂ ਇਹ ਮੈਂ ਸਮਝਦਾ ਵੀ ਜੇ ਕੋਈ ਵੀ ਨੁਕਸਾਨ ਹੁੰਦਾ, ਸੁਰੱਖਿਆ ਤਾਂ ਦੇਖੋ ਪ੍ਰਮਾਤਮਾ ਕਰਨ ਵਾਲਾ, ਰਾਖਾ ਏਕ ਹਮਾਰਾ ਸੁਆਮੀ, ਸਭ ਤੋਂ ਵੱਡੀ ਗੱਲ ਇਹੀ ਹੈ, ਗੁਰੂ ਵਾਲੀ ਗੱਲ ਹੈ, ਰੱਬ ਵਾਲੀ ਗੱਲ ਹੈ। ਪਰ ਜਿਹੜਾ ਦੁਨਿਆਵੀ ਤੌਰ ਤੇ ਸਿਸਟਮ ਅਸੀਂ ਵੇਖਦੇ ਹਾਂ, ਉਹਦੇ ਆਧਾਰ ਤੇ ਮੈਂ ਕਹਿ ਸਕਦਾ ਜੇ ਨੁਕਸਾਨ ਹੁੰਦਾ ਤਾਂ ਇਹਦੇ ਜ਼ਿੰਮੇਵਾਰ ਸਿੱਧੇ ਤੌਰ ਤੇ ਸੌਦਾ ਸਾਧ, ਸੁਖਵੀਰ ਬਾਦਲ ਔਰ ਮੌਜੂਦਾ ਹਕੂਮਤ ਪ੍ਰਸ਼ਾਸਨ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਹੋਊਗੀ ਜੀ। ਜਿਹੜੇ ਬਾਕੀ ਗਵਾਹ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਸਰਕਾਰ ਵੱਲੋਂ? ਨਹੀਂ ਜੀ, ਬਾਕੀ ਗਵਾਹਾਂ ਨੂੰ ਕਿਉਂਕਿ ਉਹਦੇ 'ਚ ਇਹ ਸੀਗਾ ਸੁਰੱਖਿਆ ਨਹੀਂ ਦਿੱਤੀ ਗਈ, ਕਈਆਂ ਨੂੰ ਮਿਲੀ ਵੀ ਹੋ ਸਕਦੀ ਹੈ, ਮੈਨੂੰ ਕੰਪਲੀਟ ਨਹੀਂ ਪਤਾ। ਤੇ ਪਰ ਇਹ ਹੈ ਵੀ ਉਹ ਮੇਨ ਜਿਹੜਾ ਫੋਕਸ ਸੀਗਾ, ਹੈਗੇ ਤਾਂ ਅਸੀਂ ਹੁਣ 22-23 ਜਾਣੇ ਇਹਦੇ 'ਚ 307 ਵਾਲੇ ਪਰਚੇ 'ਚ ਹੈਗੇ ਆ, ਜਾਂ ਹੋਰ ਮਸਲਿਆਂ 'ਚ ਵੀ ਕਈ ਜਣਿਆਂ ਦਾ ਨਾਂ ਆਉਂਦਾ, ਪਰ ਫੋਕਸ ਮੇਰੇ ਤੇ ਸੀਗਾ। ਉਹਨਾਂ ਨੇ ਕਿਹਾ ਵੀ 2015 ਵਿੱਚ ਜਦੋਂ ਉੱਥੇ ਦੀਵਾਨ ਲੱਗੇ ਮਾਰਚ ਮਹੀਨੇ 'ਚ, ਤਾਂ ਲੋਕਟ ਤੋੜ ਕੇ ਸੁੱਟ ਗਏ ਪ੍ਰੇਮੀ। ਔਰ ਮੈਂ ਦੱਸਣਾ ਚਾਹੁੰਦਾ ਰਿਕਾਰਡ ਦੇ ਵਿੱਚ ਤਾਂ ਸਿਰਫ ਬੁਰਜ ਜਵਾਹਰ ਸਿੰਘ ਵਾਲੇ ਦੀ ਗੱਲ ਹੈ, ਤਾਂ ਬਾਕੀ ਜਿਹੜੇ ਹੈਗੇ ਨੇ ਮਤਲਬ ਪਿੰਡਾਂ 'ਚ ਉਹ ਉਸ ਮਹੀਨੇ ਦੇ ਵਿੱਚ 60 ਦੀਵਾਨ ਲੱਗਦੇ ਸੀ। ਬਹੁਤ ਵੱਡੀ ਇੱਕ ਲਹਿਰ ਜਿਹੜੀ ਆ ਉਹ ਖੜੀ ਹੋ ਗਈ ਸੀਗੀ। ਮਤਲਬ ਇਸ ਕਰਕੇ ਉਹ ਮੇਨ ਟਾਰਗੇਟ ਮੈਂ ਸੀ ਉਹਨਾਂ ਦਾ, ਭਾਵੇਂ ਸੌਦਾ ਸਾਧ ਦਾ ਹੋਵੇ ਜਾਂ ਤੁਸੀਂ ਵੇਖ ਲਓ ਵੀ ਪ੍ਰਸ਼ਾਸਨ ਨੇ ਜਿਹੜੇ ਦੀਵਾਨ ਬੰਦ ਕਰਵਾਏ, ਉਹ ਮੇਰੇ ਤੁਰੰਤ ਦੀਵਾਨ ਹੈ, ਚੱਲਦੇ ਦੀਵਾਨ ਨੂੰ ਜਾ ਕੇ ਰੋਕਿਆ ਸੀਗਾ। ਆ ਬਲਜੀਤ ਸਿੰਘ ਸਿੱਧੂ ਜਿਹੜਾ ਵਿੱਚ ਹੁਣ ਸ਼ਾਮਲ ਹੋ ਰਿਹਾ, ਇਹ ਉੱਥੇ ਹਾਜ਼ਰ ਸੀ, ਇਹ ਮੈਨੂੰ ਲੈ ਕੇ ਗਏ ਸੀ ਡੀਐਸਪੀ ਹੋਰੀ ਵੀ ਬੰਦ ਕਰੋ ਜੀ, ਇੱਥੇ ਤੁਸੀਂ ਦੀਵਾਨ ਕਿਵੇਂ ਲਾਇਆ। ਤੇ ਮੈਂ ਕਿਹਾ ਜੀ ਇੱਥੇ ਗੁਰਬਾਣੀ ਹੈ, ਸੰਗਤ ਨੇ ਲਵਾਇਆ। ਉੱਥੇ ਅਸਲ 'ਚ ਕੀ ਸੀਗਾ ਮੈਂ ਤੁਹਾਨੂੰ ਦੱਸਦਾ, ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਹੈ, ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ। ਮਤਲਬ ਉੱਥੇ ਭਾਈ ਸਾਹਿਬ ਨੇ ਇਹ ਦੱਸਿਆ ਵੀ ਰੱਬ ਦੇ ਨਾਂ ਤੇ ਤੁਸੀਂ ਝਗੜੇ ਝਮੇਲੇ ਨਾ ਖੜੇ ਕਰੋ, ਪ੍ਰਮਾਤਮਾ ਤਾਂ ਇੱਕੋ ਹੀ ਹੈ। ਤਾਂ ਉਹ ਸੁਣਦਿਆਂ ਹੀ ਪ੍ਰਸ਼ਾਸਨ ਕਹਿੰਦੇ ਵੀ ਤੁਸੀਂ ਰਾਮ ਰਹੀਮ ਦਾ ਨਾਮ ਕਿਵੇਂ ਲੈਤਾ ਇੱਥੇ ਚੱਲਦੇ ਦੀਵਾਨ 'ਚ। ਇਹਦਾ ਮਤਲਬ ਦੇਖੋ, ਪ੍ਰਸ਼ਾਸਨ ਜਿਹੜਾ ਪੂਰੇ ਤੌਰ ਤੇ ਸੌਦਾ ਸਾਧ ਦੇ ਚੇਲਿਆਂ ਨੂੰ ਹੌਸਲੇ ਬੁਲੰਦ ਕਰ ਰਿਹਾ ਸੀਗਾ, ਸੌਦਾ ਸਾਧ ਨੂੰ ਸਪੋਰਟ ਕਰ ਰਿਹਾ ਸੀ, ਬਾਦਲਾਂ ਦੇ ਕਹਿਣ ਤੇ ਕਰ ਰਿਹਾ ਸੀ ਸਾਰਾ ਕੁਝ ਜੀ। ਤੁਹਾਨੂੰ ਉਸ ਸਮੇਂ ਕਿਸ ਵੱਲੋਂ ਧਮਕੀਆਂ ਦਿੱਤੀਆਂ, ਤੁਹਾਡੇ ਕੋਲ ਯਾਦ ਹੋਵੇ ਕੁਝ ਜੋ ਉਸ ਸਮੇਂ ਦਾ ਵਾਪਰਿਆ ਸੀ ਮਾਮਲਾ? ਜਿਹੜਾ ਜੀ ਉੱਥੇ ਧਮਕੀਆਂ ਦੀ ਗੱਲ ਹੈ ਵੀਰ ਕੁਲਦੀਪ ਸਿੰਘ ਜੀ, ਧਮਕੀਆਂ ਆਉਣਾ ਆਮ ਜੀ ਗੱਲ ਸੀ, ਬੜੀਆਂ ਧਮਕੀਆਂ ਜੀ। ਪਰ ਮੈਂ ਕਦੇ ਵੀ ਇਹਨਾਂ ਧਮਕੀਆਂ ਨੂੰ ਸੀਰੀਅਸ ਨਹੀਂ ਸੀ ਲਿਆ, ਕਿਉਂਕਿ ਮੈਨੂੰ ਸੱਚਮੁੱਚ ਅੱਜ ਵੀ ਕੋਈ ਫੋਨ ਆਉਂਦਾ, ਮੈਂ ਕਦੇ ਫੋਨ ਰਿਕਾਰਡ ਨਹੀਂ ਕਰਦਾ, ਤੇ ਮੈਂ ਉਹ ਧਮਕੀਆਂ ਨੂੰ ਸੀਰੀਅਸ ਵੀ ਨਹੀਂ ਲਿਆ। ਔਰ ਮੈਨੂੰ ਲੱਗਦਾ ਸੀ ਵੀ ਉੱਦਾਂ ਹੀ ਲੋਕ ਘਰੇ ਬੈਠੇ ਬੋਲੀ ਜਾਂਦੇ ਨੇ, ਹੋਰ ਵੀ ਬਥੇਰੇ ਬੋਲਦੇ ਫੋਨ ਤੇ ਗਾਲਾਂ ਕੱਢ ਦੇਣੀਆਂ ਜੀ, ਤੁਸੀਂ ਤੁਹਾਨੂੰ ਐਂ ਕਹਿੰਦੇ ਹੋ, ਅਸੀਂ ਐਂ ਕਰ ਦਾਂਗੇ, ਹੈ ਨਾ, ਤੁਸੀਂ ਸਾਡੇ ਬੰਦੇ ਤੋੜਦੇ ਹੋ, ਸਾਡੇ ਬਾਬੇ ਨੂੰ ਕਹਿੰਦੇ ਹੋ। ਹਾਲਾਂਕਿ ਆਪਾਂ ਤਾਂ ਸਮੁੱਚੇ ਰੂਪ 'ਚ ਗੱਲ ਕਰਦੇ ਹੁੰਦੇ ਹਾਂ, ਪਰ ਮੈਨੂੰ ਲੱਗਦਾ ਸੀ ਵੀ ਕੋਈ ਖਾਸ ਗੱਲ ਨਹੀਂ, ਇਹ ਤਾਂ ਲੋਕ ਇੱਦਾਂ ਬੋਲੀ ਜਾਂਦੇ ਨੇ ਵੀ ਆਪਾਂ ਗੁਰੂ ਦੀ ਗੱਲ ਕਰਨੀ ਹੈ, ਚਲੋ ਦ੍ਰਿੜਤਾ ਨਾਲ ਆਪਾਂ ਕਰੀਏ। ਪਰ ਇਹਦੇ ਬਾਵਜੂਦ ਇੱਥੇ ਜਿਹੜਾ ਸੀਗਾ ਜੀ, ਇਹਨਾਂ ਨੇ ਮਤਲਬ ਜਦੋਂ ਹੁਣ ਸਿੱਟ ਨੇ ਇਹ ਜਾਂਚ ਪੜਤਾਲ ਦੇ ਵਿੱਚ ਗੱਲ ਲਿਆਂਦੀ ਹੈ, ਵੀ ਐਡੀ ਵੱਡੀ ਗੱਲ ਸੀਗੀ, ਜਾਂ ਫੂਲਕਾ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਬੋਲੀ ਹੈ, ਜਾਂ ਜਿਹੜੇ ਵੱਖ-ਵੱਖ ਪੋਲੀਟੀਕਲ ਬੰਦੇ ਨੇ ਉਹ ਵੀ ਮੈਨੂੰ ਪਰਸਨਲ ਉਹਨਾਂ ਨੇ ਆ ਕੇ ਘਰੇ ਮਿਲੇ ਨੇ, ਸੁਖਦੇਵ ਸਿੰਘ ਢੀਂਡਸਾ ਆਏ ਸੀਗੇ, ਸੁਖਪਾਲ ਸਿੰਘ ਖਹਿਰੇ ਹੋਰੀ ਆ ਕੇ ਗਏ ਨੇ, ਵੀ ਉਹ ਕਹਿੰਦੇ ਵੀ ਨਹੀਂ ਇਹ ਸੀਰੀਅਸ ਲੈਣਾ ਚਾਹੀਦਾ ਤੁਹਾਨੂੰ। ਫਿਰ ਮੈਨੂੰ ਲੱਗਦਾ ਵੀ ਇਹ ਸੀਰੀਅਸ ਮਸਲਾ ਸੀਗਾ। ਔਰ ਜਿਹੜਾ ਮੇਰਾ ਬਚਾਅ ਰਿਹਾ, ਪਹਿਲੀ ਗੱਲ ਰੱਬ ਹੈ ਬਚਾਉਣ ਵਾਲਾ। ਦੁਨਿਆਵੀ ਤੌਰ ਤੇ ਜੇ ਮੈਂ ਗੱਲ ਕਰਾਂ, ਕਿਉਂਕਿ ਮਾਰਚ 2015 ਦੇ ਵਿੱਚ ਦੀਵਾਨ ਸੀਗੇ ਉੱਥੇ, ਅਪ੍ਰੈਲ ਦੇ ਵਿੱਚ ਮੈਂ ਚਲਾ ਗਿਆ ਜੀ ਕੈਨੇਡਾ, 15 'ਚ ਹੀ ਮੈਂ 2-3 ਮਹੀਨੇ ਉੱਥੇ ਦੀਵਾਨ ਲਾਏ ਆ। ਤਾਂ ਜੂਨ ਦੇ ਐਂਡ ਤੱਕ ਮੈਂ ਵਾਪਸ ਮੁੜਿਆ। 1 ਜੂਨ 2015 ਨੂੰ ਇਹਨਾਂ ਨੇ ਗੁਰੂ ਸਾਹਿਬ ਦਾ ਸਰੂਪ ਜਿਹੜਾ ਬੁਰਜਵਾਰ ਸਿੰਘ ਵਾਲਾ ਤੋਂ ਚੋਰੀ ਕਰ ਲਿਆ। ਮਤਲਬ ਇਹ ਲੋਕ ਜਿਹੜੇ ਉੱਧਰ ਉਲਝ ਗਏ, ਇਸ ਕਰਕੇ ਮੈਨੂੰ ਇਹ ਮਹਿਸੂਸ ਹੁੰਦਾ ਸ਼ਾਇਦ ਬਚਾਅ ਰਹਿ ਗਿਆ। ਤਾਂ ਬਾਕੀ ਤਾਂ ਗੁਰੂ ਹੈ, ਪਰਮਾਤਮਾ ਹੈ, ਪਰ ਸੰਗਤ ਪੂਰੇ ਵਿਸ਼ਵ ਦੇ ਵਿੱਚ ਸੰਗਤ ਬਹੁਤ ਪਿਆਰ ਕਰਦੀ ਹੈ। ਮੈਂ ਪ੍ਰਬੰਧਕਾਂ ਨੂੰ ਸਲੂਟ ਕਰਦਾ ਆਪ ਜੀ ਦੇ ਮਾਧਿਅਮ ਰਾਹੀਂ, ਜਿਹੜੇ ਸਾਡੇ ਦੀਵਾਨ ਉਹਨਾਂ ਸਮਿਆਂ 'ਚ ਲਵਾਉਂਦੇ ਰਹੇ, ਜਿਨ੍ਹਾਂ ਨੂੰ
ਪ੍ਰਸ਼ਾਸਨ ਨੇ ਆ ਕੇ ਧਮਕੀਆਂ ਦੇਣੀਆਂ, ਆ ਕੇ ਕਹਿਣਾ ਵੀ ਤੁਹਾਡੇ ਤੇ ਪੁਰਾਣੇ ਕੇਸ ਖੋਲ੍ਹ ਦਿਆਂਗੇ। ਵੱਖ-ਵੱਖ ਪਿੰਡਾਂ ਦੇ ਜਿਹੜੇ ਦੀਵਾਨ ਲਵਾਉਂਦੇ ਸੀ ਪ੍ਰਬੰਧਕ, ਪਰ ਪ੍ਰਬੰਧਕ ਵੀਰ ਸਾਡੇ ਡਟੇ ਰਹੇ। ਦੀਵਾਨ ਲਵਾਉਣੇ, ਨੌਜਵਾਨ ਕਲੱਬਾਂ, ਕਬੱਡੀ ਖਿਡਾਰੀ ਜਿਹੜੇ ਨੇ ਬਹੁਤ ਸਾਰੇ ਪਿੰਡਾਂ 'ਚ ਉਹਨਾਂ ਨੇ ਦੀਵਾਨ ਲਵਾਏ। ਕਈ ਐਸੇ ਪਿੰਡ ਨੇ ਜਿਹੜੇ ਲੱਚਰ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ ਨੌਜਵਾਨ, ਉਹ ਗੁਰਮਤਿ ਦੇ ਸਮਾਗਮ ਕਰਾਉਣ ਲੱਗ ਗਏ, ਗੁਰਬਾਣੀ ਦੀਆਂ ਕਲਾਸਾਂ ਲਾਉਣ ਲੱਗ ਗਏ। 200 ਬੰਦਾ 100 ਬੰਦਾ ਅਰਥਾਂ ਸਮੇਤ ਗੁਰਬਾਣੀ ਪੜ੍ਹ ਗਿਆ ਕਈ ਪਿੰਡਾਂ 'ਚ। ਸੋ ਇਹ ਬਹੁਤ ਸੋਹਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਵਾਪਰਿਆ ਜੀ। ਤੁਹਾਨੂੰ ਹੁਣ ਐਸਆਈਟੀ ਦੇ ਜੋ ਮੈਂਬਰ ਨੇ ਕੁਬਰ ਵਿਜੇ ਪ੍ਰਤਾਪ, ਉਹਨਾਂ ਦੇ ਤੁਹਾਨੂੰ ਸਿੱਟ ਤੇ ਕਿੰਨਾ ਭਰੋਸਾ? ਦੇਖੋ ਜੀ, ਹੁਣ ਤੱਕ ਦੀ ਜਿਹੜੀ ਉਹਨਾਂ ਦੀ ਕਾਰਜਕਾਰੀ ਆ ਉਹਦੇ ਤੇ ਸਾਨੂੰ ਪੂਰਾ ਭਰੋਸਾ ਹੈ। ਸਾਨੂੰ ਇਹ ਜ਼ਰੂਰ ਹੈ ਕਿ ਜਿਹੜੀ ਚਾਲ ਹੈ, ਰਫ਼ਤਾਰ ਜਿਹੜੀ ਇਹਦੀ ਹੈਗੀ ਹੈ ਜਾਂਚ ਦੀ, ਬਹੁਤ ਮੱਧਮ ਚੱਲ ਰਹੀ ਹੈ, ਹੌਲੀ ਚੱਲ ਰਹੀ ਹੈ। ਇਹਨੂੰ ਸਪੀਡ ਨਾਲ ਕੀਤਾ ਜਾਵੇ। ਦੋਨੋਂ ਸਿੱਟਾਂ ਜਿਹੜੀਆਂ ਨੇ ਇਮਾਨਦਾਰੀ ਨਾਲ, ਕਿਉਂਕਿ ਜਿਹੜਾ ਗੋਲੀ ਕਾਂਡ ਹੈ ਉਹਦੀ ਜਾਂਚ ਆਪਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਸਿੱਟ ਪ੍ਰਮੋਦ ਕੁਮਾਰ ਨੇ ਜਿਹਦੇ ਮੁਖੀ ਉਹ ਕਰ ਰਹੀ ਹੈ, ਤੇ ਬੇਅਦਬੀ ਕਾਂਡ ਜਿਹੜਾ ਉਹ ਵਾਪਰਿਆ ਬੁਰਜਵਾਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ, ਉਹਦੀ ਖੱਟੜਾ ਜੀ ਵਾਲੀ ਸਿੱਟ ਕਰ ਰਹੀ ਹੈ। ਸੋ ਇਮਾਨਦਾਰੀ ਨਾਲ ਇਹਨਾਂ ਨੂੰ ਕੰਮ ਕਰਨ ਦੇਣ ਤੇ ਇਨਸਾਫ ਮਿਲੇ, ਕਿਉਂਕਿ ਦੁਨੀਆ ਭਰ ਵਿੱਚ ਵਸਦੇ ਹੋਏ ਇਕੱਲੇ ਸਿੱਖ ਨਹੀਂ, ਹਿੰਦੂ ਵੀ, ਮੁਸਲਮਾਨ ਭਰਾ, ਸਾਰੀਆਂ ਕੌਮਾਂ ਇਹ ਚਾਹੁੰਦੀਆਂ ਨੇ। ਅਸੀਂ ਸਾਰੇ ਭਾਈਚਾਰਕ ਸਾਂਝ ਰੱਖਣਾ ਚਾਹੁੰਦੇ ਹਾਂ, ਮਿਲਵਰਤਨ ਨਾਲ ਰਹਿੰਦੇ ਹਾਂ, ਔਰ ਗੁਰੂ ਗ੍ਰੰਥ ਸਾਹਿਬ ਜਿਹੜਾ ਪ੍ਰਾਣੀ ਮਾਤਰ ਦਾ ਸਾਂਝਾ, ਇਸੇ ਕਰਕੇ ਉੱਥੇ ਕੋਟਕਪੂਰੇ ਵੀ ਸਾਰੀਆਂ ਕੌਮਾਂ ਹੀ ਆਉਂਦੀਆਂ ਰਹੀਆਂ ਨੇ ਕਿ ਸਾਨੂੰ ਵੀ ਦੁੱਖ ਹੈ। ਸੋ ਇਸ ਕਰਕੇ ਤਾਂ ਜੋ ਭਵਿੱਖ ਵਿੱਚ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਤਾਂ ਗੱਲ ਵੱਡੀ ਹੈ, ਗੁਰੂ ਗ੍ਰੰਥ ਸਾਹਿਬ ਸਮੇਤ ਕਿਸੇ ਵੀ ਧਰਮ ਗ੍ਰੰਥ ਦੀ ਕੋਈ ਬੇਅਦਬੀ ਕਰਨ ਦੀ ਹਿਮਾਕਤ ਨਾ ਕਰੇ, ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ ਨਾ ਹੋਣ। ਧੰਨਵਾਦ। ਬਹੁਤ ਧੰਨਵਾਦ ਜੀ, ਮੇਰੇ ਵੱਲੋਂ ਗਲੋਬਲ ਪੰਜਾਬ ਦਾ, ਵੀਰ ਕੁਲਦੀਪ ਸਿੰਘ ਜੀ, ਆਪ ਜੀ ਦਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ। ਜਿਹੜੀ ਐਸਆਈਟੀ ਆ, ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਦੇ ਮੈਂਬਰ ਨੇ, ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ, ਸਿੱਖ ਪ੍ਰਚਾਰਕ ਭਾਈ ਪੰਥਕਪ੍ਰੀਤ ਸਿੰਘ ਖਾਲਸਾ ਤੇ ਹੋਰ ਕਈ ਜਣੇ ਸ਼ਾਮਲ ਨੇ। ਇਹਨਾਂ ਵਿੱਚ 23 ਲੋਕ ਨੇ, ਉਹਨਾਂ ਨੂੰ ਜਿਹੜਾ ਕਲੀਨ ਚਿੱਟ ਦਿੱਤੀ ਗਈ ਆ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਦੀਪ ਸਿੰਘ ਭੋੜੇ, ਗਲੋਬਲ ਪੰਜਾਬ ਟੀਵੀ, ਪਟਿਆਲਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।